So shell model is better than liquid draw model in terms of explaining the magic numbers. So ये चीज ਆਪਾਂ already discuss ਕੀਤੀ ਹੋਈ ਹੈ because ਆਪਣੇ ਕੋਲ ਜਿਹੜਾ shell model ਹੈ shell model ਦੇ ਵਿੱਚ ਆਪਣੇ ਜਿਹੜਾ nucleus spin angular momentum ਹੈ and orbital angular momentum ਹੈ ਉਹਨੂੰ couple ਕਰਕੇ ls coupling and jj coupling ਦੇ ਨਾਲ ਆਪਾਂ ਕਾਫੀ ਚੀਜ਼ਾਂ explain ਕਰ ਪਾਉਂਦੇ ਹਾਂ ਇਸੇ ਕਰਕੇ ਆਪਣੇ magic number ਵਗੈਰਾ explain ਹੁੰਦੇ ਆ ਸੋ ਇਹ ਕੁਝ ਡਾਇਗਰਾਮ ਹੈ ਜਿਹੜੀ ਆਪਾਂ ਲਾਸਟ ਟਾਈਮ ਡਿਸਕਸ ਕਰ ਰਹੇ ਸੀ ਬੇਟਾ ਸੋ ਇਹਦੇ ਵਿੱਚ ਆਪਣੇ ਕੋਲ ਕਾਫੀ ਚੀਜ਼ਾਂ ਥੋੜੀਆਂ ਮੈਂ ਦੱਸ ਦਿੱਤੀਆਂ ਸੀਗੀਆਂ ਤੇ ਜਿਹੜੀ ਕੁਝ ਚੀਜ਼ਾਂ ਜਿਹੜੀਆਂ ਮੈਂ ਐਕਸਪਲੇਨ ਨਹੀਂ ਕਰ ਪਾਇਆ ਸੀਗਾ ਲਾਸਟ ਟਾਈਮ ਬਿਕੋਜ਼ ਕਾਫੀ ਚੀਜ਼ਾਂ ਆਪਾਂ ਔਨ ਦੀ ਸਕਰੀਨ ਨਹੀਂ ਸ਼ੋ ਕਰ ਪਾਉਂਦੇ ਆਪਾਂ ਨੂੰ ਹੈਂਡ ਰਿਟਨ ਹੀ ਕੰਮ ਮਟੀਰੀਅਲ ਚਲਾਉਣਾ ਪੈਂਦਾ ਸੋ ਇਹਦੇ ਲਈ ਮੈਂ ਤੁਹਾਨੂੰ ਇੱਕ ਨਵੀਂ ਸਕਰੀਨ ਦੇ ਉੱਪਰ ਲੈ ਕੇ ਜਾਣਾ ਸੋ ਲੈਟ ਮੀ ਇੰਟਰੋਡਿਊਸ ਸਮਥਿੰਗ ਮੋਰ ਸੋ ਤੁਹਾਡੀ ਸਕਰੀਨ ਤੁਹਾਡੇ ਕੋਲ ਬੇਟਾ ਹੈਂਡ ਰਿਟਨ ਨੋਟ ਸਕਰੀਨ ਦੇ ਉੱਪਰ ਸ਼ੋ ਹੋ ਰਹੇ ਹੋਣਗੇ ਆਈ ਹੋਪ ਕਲੀਅਰ ਹੋਏਗਾ ਸੋ ਇਹਦੇ ਵਿੱਚ ਆਪਣੇ ਕੋਲ ਜਿਹੜਾ ਮਟੀਰੀਅਲ ਦਿੱਤਾ ਹੋਇਆ ਉਹਨੂੰ ਆਪਾਂ ਸਟੱਡੀ ਕਰਾਂਗੇ ਬੇਟਾ ਸੋ ਸਪੋਜ਼ ਕਰੋ ਤੁਹਾਡੇ ਕੋਲ ਔਸੀਲੇਟਰ ਕੁਆਂਟਮ ਨੰਬਰ ਜਿਹੜਾ ਦਿੱਤਾ ਹੋਇਆ that is n = 0 ਸੋ ਅਗਰ ਔਸੀਲੇਟਰ ਕੁਆਂਟਮ ਨੰਬਰ ਜਿਹੜਾ n = 0 ਦਿੱਤਾ ਹੋਇਆ ਤਾਂ ਉਹਦੇ ਕੋਰਸਪੋਂਡਿੰਗਲੀ l ਜਿਹੜਾ ਆਰਬਿਟਲ ਐਂਗੂਲਰ ਮੋਮੈਂਟਮ ਹੈ that will turn out to be l = 0 ਆ ਜਾਏਗਾ ਬੇਟਾ ਠੀਕ ਹੈ ਉਸ ਤੋਂ ਬਾਅਦ ਜਿਹੜਾ ਟੋਟਲ ਐਂਗੂਲਰ ਮੋਮੈਂਟਮ ਜਿਹੜਾ ਹੋਏਗਾ that will be equal to mod of l plus s and it will lead up to my l minus s ਦਾ mod so l plus s ਤੋਂ ਸਟਾਰਟ ਹੋਏਗਾ -1 ਕਰਕੇ ਕਰਦੇ ਹੋਏ -1 -2 and so on up to l minus s ਤੱਕ ਆਪਾਂ ਜਾਵਾਂਗੇ so just like l = 0 ਦਿੱਤਾ ਹੋਇਆ ਤਾਂ ਆਪਣੇ ਕੋਲ ਕੀ ਹੋਏਗਾ 0 + 1/2 because s ਜਿਹੜਾ ਸਪਿਨ ਆਰਬਿਟਲ ਸਪਿਨ ਕੁਆਂਟਮ ਨੰਬਰ ਆਪਣੇ ਕੋਲ ਹੈ ਤਾਂ ਉਹ ਕੀ ਹੁੰਦਾ ਬੇਟਾ ਉਹ 1/2 h cross ਦੇ ਬਰਾਬਰ ਹੁੰਦਾ ਇਸ ਕਰਕੇ ਆਪਾਂ s ਨੂੰ ਫਿਕਸ ਹੀ ਰੱਖਦੇ ਹਾਂ 1/2 ਦੇ ਵਿੱਚ so 0 + 1/2 ਆਏਗਾ to 0 - 1/2 ਦੇ ਉੱਪਰ ਆ ਜਾਏਗਾ and because ਇਹਦੇ ਵਿੱਚ ਅਗਰ -1 ਕਰੀਏ ਤਾਂ ਆਪਣੇ ਕੋਲ ਕੁਝ ਨਹੀਂ ਬਚਦਾ ਬੇਟਾ 네ਗੇਟਿਵ ਹੋ ਜਾਂਦਾ 네ਗੇਟਿਵ ਆਪਾਂ ਕਰਨਾ ਨਹੀਂ ਹੈ and 1/2 ਹੀ ਇਹਦਾ ਐਕਚੁਅਲ ਆਨਸਰ ਆਏਗਾ so then it will be ਜੋ ਤੁਹਾਡਾ ਟੋਟਲ ਐਂਗੂਲਰ ਮੋਮੈਂਟਮ ਹੈ 1/2 ਆਏਗਾ ਠੀਕ ਹੈ ਜੀ ਸੋ ਇਸ ਕਰਕੇ ਆਪਾਂ ਇਹਨੂੰ ਕੀ ਲਿਖਾਂਗੇ l 0 ਹੋਣ ਕਰਕੇ ਆਪਣੇ ਕੋਲ ਕਿਹੜੀ ਆਰਬਿਟਲ ਆ ਗਈ ਬੇਟਾ s ਆਰਬਿਟਲ ਆ ਗਈ and ਟੋਟਲ ਜੇ ਜਿਹੜਾ ਤੁਹਾਡਾ ਟੋਟਲ ਐਂਗੂਲਰ ਮੋਮੈਂਟਮ ਆ ਗਿਆ that is equal to 1/2 ਇਸ ਕਰਕੇ ਇਹਨੂੰ ਆਪਾਂ ਲਿਖਾਂਗੇ 1s 1/2 ਠੀਕ ਹੈ ਜੀ ਸੋ ਇਸ ਕਰਕੇ ਆਪਾਂ ਨੂੰ 1s 1/2 ਲਿਖਦੇ ਹਾਂ ਉਸ ਤੋਂ ਬਾਅਦ ਬੇਟਾ n = 1 ਅਗਰ ਆਪਾਂ ਔਸੀਲੇਟਰ ਨੰਬਰ ਕੁਆਂਟਮ ਨੰਬਰ ਔਸੀਲੇਟਰ ਕੁਆਂਟਮ ਨੰਬਰ ਅਗਰ n = 1 ਹੋ ਗਿਆ ਉਸ ਤੋਂ ਬਾਅਦ ਆਰਬਿਟਲ ਐਂਗੂਲਰ ਮੋਮੈਂਟਮ ਆਪਣੇ ਕੋਲ ਕੀ ਹੋ ਜਾਏਗਾ ਬੇਟਾ ਆਡ ਆਏਗਾ ਮਿਨੀਮਮ ਕੀ ਹੋ ਗਿਆ 1 ਹੋ ਗਿਆ ਸੋ ਅਗਰ n = 3 ਹੁੰਦਾ ਤਾਂ ਆਪਾਂ ਕੀ ਲਿਖਦੇ ਬੇਟਾ l = 1 and 3 ਲਿਖ ਕੇ ਚੱਲਦੇ ਸੋ ਇਸ ਤੋਂ ਬਾਅਦ ਕੀ ਹੈ l = 1 ਹੈ ਤਾਂ ਸਿੰਗਲ ਹੀ ਆਏਗਾ ਸੋ ਇਸ ਤੋਂ ਬਾਅਦ ਟੋਟਲ ਐਂਗੂਲਰ ਮੋਮੈਂਟਮ ਕੀ ਆ ਗਿਆ ਬੇਟਾ 1 + 1/2 ਕੀ ਆਏਗਾ l अपने को 1 ਦਿੱਤਾ ਹੋਇਆ s = 1/2 ਆ ਗਿਆ ਸੋ 1 + 1/2 ਕੀ ਹੋ ਗਿਆ ਬੇਟਾ 3/2 up to 1 - 1/2 ਸੋ 3/2 ਤੋਂ -1 ਕਰੀਏ ਤਾਂ ਬੇਟਾ 1/2 ਹੀ ਬਚਦਾ ਇਸ ਕਰਕੇ ਇਹਦੇ ਵਿੱਚ ਕੋਈ ਐਕਸਟਰਾ ਨੰਬਰ ਇੰਟਰੋਡਿਊਸ ਨਹੀਂ ਹੋਏਗਾ ਸੋ 3/2 and 1/2 ਬਚਣਗੇ l = 1 ਹੈ ਤਾਂ ਆਪਣੇ ਕੋਲ ਕਿਹੜੀ ਆਰਬਿਟਲ ਆਏਗੀ ਬੇਟਾ p ਆਰਬਿਟਲ ਆਏਗੀ ਸੋ ਇਟ ਵਿਲ ਬੀ p3/2 and p1/2 p3/2 ਆਰਬਿਟਲ ਹਮੇਸ਼ਾ ਨੀਚੇ ਆਏਗੀ ਬਿਕੋਜ਼ ਜਿਹਦੇ ਵਿੱਚ ਜੇ ਤੁਹਾਡਾ ਐਂਗੂਲਰ ਮੋਮੈਂਟਮ ਜ਼ਿਆਦਾ ਹੈ टोटल एंगुलर मोमेंटम ज्यादा होएगा तो वो वाली ऑर्बिटल लोअर इन एनर्जी होएगी एज कंपेयर टू p1/2 ਉਸ ਤੋਂ ਬਾਅਦ n = 2 ਆ ਜਾਏਗਾ ਤਾਂ ਉਸ ਕੇਸ ਦੇ ਵਿੱਚ ਆਪਣੇ ਕੋਲ ਆਰਬਿਟਲ ਐਂਗੂਲਰ ਮੋਮੈਂਟਮ ਕਿੰਨਾ ਆ ਗਿਆ ਬੇਟਾ 0 and 2 ਬਿਕੋਜ਼ n = even ਤਾਂ l ਵੀ ਤੁਹਾਡਾ even ਸੀਰੀਜ਼ ਹੀ ਫੋਲੋ ਕਰੇਗਾ ਸੋ ਜੇ ਤੁਹਾਡੇ ਕੋਲ ਉਸੇ ਅਕੋਰਡਿੰਗਲੀ ਆ ਜਾਏਗਾ ਬੇਟਾ l + 1/2 up to l - 1/2 then similarly l = 2 ਦਾ ਕੇਸ ਬਣੇਗਾ l + 1/2 and l - 1/2 ਇਸ ਕੇਸ ਦੇ ਵਿੱਚ ਆਪਣੇ ਕੋਲ 1/2 ਹੀ ਬਚੇਗਾ ਲੇਕਿਨ ਇਸ ਕੇਸ ਦੇ ਵਿੱਚ ਆਪਣੇ ਕੋਲ ਦੋ ਨੰਬਰ ਆਣਗੇ 5/2 and 3/2 because 5/2 - 1 = 3/2 ਅਗਰ ਇਹਦੇ ਵਿਚਕਾਰ and l - s ਦੇ ਵਿਚਕਾਰ ਅਗਰ ਕੋਈ ਮਾਈਨਸ ਸੌਰੀ l + s - 1 ਕਰਨ ਤੇ ਅਗਰ ਕੋਈ ਆਪਣਾ ਟਰਮ l - s ਦੇ ਬਰਾਬਰ ਨਹੀਂ ਆਂਦੀ ਤਾਂ ਉਹ ਆਪਾਂ ਨੂੰ ਇੰਟਰੋਡਿਊਸ ਕਰਨੀ ਪੈਂਦੀ ਸੋ ਜਸਟ ਲਾਈਕ ਅਗਰ ਇੱਥੇ 1/2 ਲਿਖਿਆ ਹੁੰਦਾ ਤਾਂ ਮੈਂ 5/2 ਲਿਖਦਾ ਉਸ ਤੋਂ ਬਾਅਦ 3/2 ਲਿਖਦਾ ਐਂਡ ਉਸ ਤੋਂ ਬਾਅਦ 1/2 ਵੀ ਲਿਖਦਾ ਸੋ ਤਿੰਨ ਟਰਮਸ ਆ ਜਾਂਦੀਆਂ ਸੋ ਆਪਣੇ ਕੋਲ ਲਿਮਿਟ ਹੈ l + s ਦੀ ਅਪ ਟੂ l - s ਸੋ ਇਹ ਆਪਣੇ ਕੋਲ ਕੁਆਂਟਮ ਮਕੈਨਿਕਸ ਦਾ ਪਾਰਟ ਆ ਜਾਂਦਾ ਸੋ ਅਸੀਂ ਇੱਥੇ ਆਪਣੇ ਕੋਲ ਕੀ ਦਿੱਤਾ ਹੋਇਆ l = 2 ਦਿੱਤਾ ਹੋਇਆ ਇਸ ਕਰਕੇ l = 2 ਦੇ ਕੋਰਸਪੋਂਡਿੰਗ ਆਪਣੇ ਕੋਲ ਕੀ ਆਏਗਾ ਆਰਬਿਟਲ d ਆਏਗਾ ਸੋ d 5/2 ਆਏਗਾ ਐਂਡ d 3/2 ਆਏਗਾ ਸੋ 5/2 नीचे एंड d 3/2 ऊपर आएगा एंड उस तो बाद की है n = 2 है तो इसकी कोरस्पोंडिंग की आ जाएगा 2s1/2 आ जाएगा सो ऑसिलेटर क्वांटम नंबर इतने की हो गया 2 हो गया तो इस करके 2s1/2
2d 5/2 and 2d 3/2 ਦੇ ਕੋਰਸਪੋਂਡਿੰਗ ਆ ਗਿਆ। ਇੱਥੇ 1p 3/2 1b 1/2 ਐਂਡ ਇੱਥੇ ਕੀ ਹੋ ਗਿਆ 1s 1/2। ਠੀਕ ਹੈ ਜੀ। ਸੋ ਇਹ ਚੀਜ਼ਾਂ ਆਪਾਂ ਡਿਸਕਸ ਕਰ ਲਈਆਂ। ਇਸ ਤੋਂ ਬਾਅਦ ਆਪਾਂ ਨੈਕਸਟ ਸਕਰੀਨ ਦੇ ਉੱਪਰ ਚੱਲਾਂਗੇ ਜਿਹੜੇ ਕਿ ਆਪਣੇ ਕੋਲ ਬੁੱਕ ਨੋਟਸ ਦਿੱਤੇ ਹੋਏ। ਬਾਕੀ ਸਾਰਿਆਂ ਦੇ ਲਈ ਵੀ ਸਿਮਿਲਰਲੀ ਕਰਨਾ ਹੈ, n = 3 whether n = 4, ਬਾਕੀ ਸਾਰਿਆਂ ਦਾ ਸਾਰਾ ਪਾਰਟ ਵੀ ਸਿਮਿਲਰਲੀ ਹੈਂਡਲ ਹੋਏਗਾ। ਸੋ ਗੋ ਬੈਕ ਟੂ ਦੀ ਬੁੱਕ ਨੋਟਸ। ठीक है बेटा। सो आई होप तुम चीज़ां क्लीयर हो गई होंगियां। अगर नहीं क्लीयर हैगियां तो आप दोबारा क्लीयर कर लांगे। सो when n = 0 1s बनया बेटा। when n = 1 अपने को की ऑर्बिटल आ गई बेटा p3 हाफ b 1 हाफ आ गई बिकॉज n = 1 a भी 1 आ गया। when n = 2 तो ਉਹਦੇ ਕੋਰਸਪੋਂਡਿੰਗ ਕੀ ਬਟਿਆ बेटा ਇੱਥੇ 1s आ गया 1p आ गया लेकिन ਇੱਥੇ ਕੀ ਆਏਗਾ बेटा 1d आएगा एंड उस तो ऊपर की आएगा बेटा 2s आएगा। इस के बाद जिस तरह जब तक फर्स्ट ऑर्बिटल फिल नहीं हुंदी ਤਾਂ ਇਹ ਪ੍ਰਿੰਸੀਪਲ ਕੁਆਂਟਮ ਨੰਬਰ ਫਿਲ ਨਹੀਂ ਹੁੰਦਾ ਤਦ ਤੱਕ ਆਪਾਂ ਇਹਨੂੰ ਮੂਵ ਕਰਦੇ ਰਹਾਂਗੇ। ਸੋ 1s 1p 1d 1f एंड उस तो बाद 1g भी चलेगा एंड 1h भी चलेगा एंड सो ऑन कंटिन्यूअसली मूव करता रहेगा। ठीक है जी। सो इस तो बाद 1s 1/2 ਦੇ ਵਿੱਚ ਕਿੰਨੇ और ਨਿਊਕਲੀਅਨ ਹੋ ਜਾਣਗੇ बेटा 2j + 1 2 * 2j + 1 ਆਪਾਂ ਕਰ ਸਕਦੇ ਹਾਂ। ਸੋ ਚੈੱਕ ਕਰ ਸਕਦੇ ਹੋ ਇੱਥੇ ਲਿਖਿਆ ਹੋਏਗਾ बेटा 2j + 1 ਇੱਥੇ ਉੱਪਰ ਨਾ ਲਿਖਿਆ ਹੋਣਾ ਚਾਹੀਦਾ। सो 2j + 1 नंबर ऑफ न्यूक्लियस है ਤੁਸੀਂ फाइंड आउट कर सकते हो अगर ਤੁਹਾਡੇ ਕੋਲ टोटल एंगुलर मोमेंटम पता है। सो ਇਹ ਵਾਲੀ ਜਿਹੜਾ ਤੁਹਾਡੇ ਕੋਲ ਸਬਸਕ੍ਰਿਪਟ ਲਿਖਿਆ ਹੋਇਆ ਹੈ ਇਹ ਤੁਹਾਡਾ j ਨੂੰ ਕੋਰਸਪੋਂਡ ਕਰਦਾ ਹੈ ਟੋਟਲ ਐਂਗੁਲਰ ਮੋਮੈਂਟਮ ਨੂੰ। ਸੋ 2j + 1 ਤੁਹਾਡੇ ਕੋਲ ਨੰਬਰ ਆਫ ਮੋਲੀਕੂਲਸ ਨਿਊਕਲੀਅਸ ਡਿਪਿਕਟ ਕਰਦਾ ਹੈ। ਸੋ ਇਸ ਚੀਜ਼ ਨੂੰ ਆਪਾਂ ਐਵਲੂਏਟ ਕਰਦੇ ਹਾਂ। ਸੋ ਇਟ ਇਜ਼ 1s 1/2 ਇਹਦੇ ਵਿੱਚ ਨੰਬਰ ਆਫ ਨਿਊਕਲੀਅਨ ਕਿੰਨੇ ਹੋ ਗਏ बेटा 2 1p 3/2 ਇਹਦੇ ਵਿੱਚ ਨੰਬਰ ਆਫ ਨਿਊਕਲੀਅਨ ਹੋ ਗਏ बेटा 4 ਇਹਦੇ ਵਿੱਚ ਕਿੰਨੇ ਹੋ ਗਏ बेटा 2 ਇਹਦੇ ਵਿੱਚ ਕਿੰਨੇ ਹੋ ਗਏ 6। ਸੋ ਜਸਟ ਲਾਈਕ 1 प्लस करते जाओ जो फर्स्ट वाला लेटर है। सो 5 आप लिखे हुए 5 + 1 कितना हो गया बेटा 6 1 लिखे हुए 1 + 1 2 3/2 है विच 3 + 1 कितना हो गया बेटा 4 7 + 1 हो गया 8 3 + 1 4 6 1 2 हो गया एंड उस तो बाद की आ जाएगा जी ਦੇ ਕੋਰਸਪੋਂਡਿੰਗ 10 ਆ ਜਾਏਗਾ। ਸੋ ਇਹ ਚੀਜ਼ਾਂ ਚੱਲਦੀਆਂ ਹੀ ਰਹਿਣਗੀਆਂ ਐਂਡ ਅਲਟੀਮੇਟਲੀ ਆਪਣੇ ਕੋਲ ਜਿਹੜੇ ਮੈਜਿਕ ਨੰਬਰ ਐਕਸਪਲੇਨ ਹੋ ਜਾਣਗੇ। ਸੋ ਸ਼ੈਲ ਕਲੋਜ਼ਰ ਕਿਸ ਤਰ੍ਹਾਂ ਹੋਏਗਾ बेटा ਸਭ ਤੋਂ ਪਹਿਲਾਂ 2 ਉਸ ਤੋਂ ਬਾਅਦ 8 बिकॉज 2 + 6 कितने हो गए बेटा 8 8 6 8 + 10 सॉरी 2 + 6 8 8 ਤੇ 10 18 18 ਤੇ 8 26 ਦੇ ਬਰਾਬਰ ਹੋ ਜਾਂਦੇ ਆ। तो कहते गलती की हुई है बेटा 10 नहीं होना चाहिए 6 4 10 तो 2 12 इतने गलती लिखी हुई है इतने 12 होना चाहिए सीगा। सो 6 तो 2 8 12 ਤੇ 8 20 ਤੇ 8 28 ਹੋਇਆ। सो बुक्स वाले भी गलतियां कर ਦਿੰਦੇ। सो केयरफुली रहना जरूरी है। सो ਤੁਹਾਡੇ ਕੋਲ p ऑर्बिटल p3 हाफ नीचे p1 हाफ ऊपर 1d ऑर्बिटल है बेटा d हमेशा नीचे आएगा बिकॉज ए ऑर्बिटल ਜਿਹੜਾ फर्स्ट प्रिंसिपल क्वांटम नंबर है ਤੁਹਾਡਾ 1 ਆ ਗਿਆ ਇਸ ਕਰਕੇ ਉਹ नीचे आएगा। ਉਸ ਤੋਂ ਬਾਅਦ ਕੀ ਹੈ d 5 हाफ है ਉਸ ਤੋਂ ਉੱਪਰ ਕੀ ਆ ਜਾਏਗਾ 1d 3 ਹਾਫ ਆਏਗਾ। ਉਹਦੇ ਵਿਚਕਾਰ ਜਿਹੜੀ ਆਰਬਿਟਲ ਆਏਗੀ ਉਹ 2s 1/2 ਆ ਜਾਏਗੀ। ਇਹ એનર્ਜੀ ਕੰਸੀਡਰੇਸ਼ਨ ਤੋਂ ਆਂਦਾ ਹੈ। ਐਗਜ਼ੈਕਟਲੀ ਹਰ ਜਗ੍ਹਾ ਆਪਾਂ ਮੈਨੂਪੂਲੇਟ ਕਰਕੇ ਦੇਖ ਨਹੀਂ ਸਕਦੇ। ਇਹ એનર્ਜੀ ਕੰਸੀਡਰੇਸ਼ਨਸ ਲਿਖੀਆਂ ਹੋਈਆਂ ਕਿਸੇ ਆਰਬਿਟਲ ਦੀ એનર્ਜੀ ਕਿੰਨੀ ਹੈ ਜਿਹੜੀ ਕਿਸ ਜਗ੍ਹਾ ਤੇ ਲਾਈ ਕਰੇਗੀ। ਸੋ ਹਮੇ ਯਾਦ ਰੱਖਣ ਦਾ ਤਰੀਕਾ ਇਹੀ ਹੈ ਬੇਟਾ 1s 1/2 ਇਹ ਕਲੀਅਰ ਹੋ ਗਿਆ। ਉਸ ਤੋਂ ਬਾਅਦ 1p ਆਰਬਿਟਲਸ ਆ ਗਈਆਂ 1d ਆਰਬਿਟਲ ਦੇ ਵਿਚਕਾਰ ਇੱਕ 2s ਆ ਜਾਏਗਾ। ਉਸ ਤੋਂ ਬਾਅਦ ਕੀ ਆਏਗਾ ਬੇਟਾ d ਤੋਂ ਬਾਅਦ ਹਮੇਸ਼ਾ f ਆਉਂਦਾ ਹੈ। f ਦੇ ਵਿਚਕਾਰ ਇੱਕ p ਆ ਜਾਏਗਾ ਜਿਸ ਤਰ੍ਹਾਂ 1d ਦੇ ਵਿਚਕਾਰ 2s ਆਇਆ ਸੀ ਉਸੇ ਤਰ੍ਹਾਂ 1f ਦੇ ਵਿਚਕਾਰ 2p ਆ ਜਾਏਗਾ। ਸਿਮਿਲਰਲੀ ਉਸ ਤੋਂ ਬਾਅਦ ਕੀ ਆਏਗਾ 1f ਤੋਂ ਬਾਅਦ 1g ਸ਼ੁਰੂ ਹੋ ਜਾਏਗਾ ਐਂਡ ਬਿਕॉज ਇੱਥੇ 2p 3/2 ਸੀਗਾ 2p 1/2 ਵੀ ਆ ਜਾਏਗਾ। ਇਹਨਾਂ ਦੋਨਾਂ ਦੇ ਵਿਚਕਾਰ f ਆ ਜਾਏਗਾ। ਉਸ ਤੋਂ ਬਾਅਦ 1g ਹੈ 1g ਦੇ ਵਿੱਚ ਕੋਰਸਪੋਂਡਿੰਗ 9/2 ਆਏਗਾ। ਉਸ ਤੋਂ ਬਾਅਦ 7/2 ਆਏਗਾ ਲੇਕਿਨ ਇਹਨਾਂ ਦੇ ਵਿਚਕਾਰ ਇੱਕ ਹੋਰ ਆਰਬਿਟਲ ਲਾਈ ਕਰੇਗੀ ਬਿਕॉज 2p ਖਤਮ ਹੋ ਚੁੱਕਾ ਹੈ। ਇਸ ਤੋਂ ਬਾਅਦ 2d 5/2 ਆਏਗਾ। ਉਸੇ ਤਰ੍ਹਾਂ ਇਹ ਚੀਜ਼ ਸੀਰੀਜ਼ ਤੁਹਾਡੀ ਚੱਲਦੀ ਹੀ ਰਹੇਗੀ ਐਂਡ ਇਸ ਚੀਜ਼ ਨੂੰ ਆਪਾਂ ਐਵਲੂਏਟ ਕਰ ਸਕਦੇ ਹਾਂ। h11 ਹਾਫ ਆਰਬਿਟਲ ਵੀ ਆਉਂਦਾ ਜਿਸ ਵਿੱਚ 12 ਨਿਊਕਲੀਅਨ ਹੁੰਦੇ ਆ। ਸੋ ਇਸ ਤਰ੍ਹਾਂ ਦੀ ਟਰਮੀਨੋਲੋਜੀ ਆਪਾਂ ਨੂੰ ਦੇਖਣ ਨੂੰ ਮਿਲੇਗੀ ਜਿਹਦੇ ਵਿੱਚ ਆਪਣੇ ਕੋਲ ਸਾਰੇ ਦੇ ਸਾਰੇ ਮੈਜਿਕ ਨੰਬਰ 2 8 20 28 50 82 ਐਂਡ 126 ਜਿਹੜੇ ਕਿ ਐਕਸਪਲੇਨ ਹੋ ਜਾਂਦੇ ਆ। ਠੀਕ ਹੈ ਬੇਟਾ ਆਈ ਹੋਪ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ। ਅਗਰ ਕੋਈ ਡਾਊਟ ਹੈ ਤਾਂ ਮੈਨੂੰ ਪੁੱਛ ਸਕਦੇ ਹੋ। So the letters SPD ये सारी दी सारी अपन clear कर चुके हैं। Inspection of the diagram shows that there are exceptionally large gaps between the energy levels when the cumulative number of neutrons or protons is so whether this is the number of proton whether this is the number of neutron चाहे neutrons है चाहे protons है अगर तुम्हारा number
2 8 20 28 50 82 या 126 ਦੇ क्लोज लाई करता है तो न्यूक्लियस ज्यादा स्टेबल होएगा एज कंपेयर टू अदर्स। तो सक्सेस ऑफ द न्यूक्लियर मॉडल की लिखा है इट एक्सप्लेन्स द एग्जिस्टेंस ऑफ मैजिक नंबर जेड़ा कि लिक्विड ड्रॉप मॉडल एक हम नहीं सी कर सकिया। तो शेल मॉडल satisfactorily explains many experimental observations about the ground state and lower excited state of the nuclei. On this basis of energy level scheme of the nucleus can be built up and nuclear transitions can be made। ਹੁਣ ਸਪੋਜ਼ ਕਰੋ ਬੇਟਾ ਕੋਈ ਵੀ ਤੁਹਾਡਾ ਹੀਲੀਅਮ ਨਿਊਕਲੀਅਸ ਹੈ ਉਹ ਕਿੱਥੇ ਲਾਈ ਕਰੇਗਾ। ਸੋ ਹੀਲੀਅਮ ਦੇ ਵਿੱਚ ਕਿੰਨੇ ਨਿਊਕਲੀਅਨ ਹੁੰਦੇ ਬੇਟਾ ਕਿੰਨੇ ਪ੍ਰੋਟੋਨ ਹੋਣਗੇ। ਸੋ ਸਪੋਜ਼ ਕਰੋ ਤੁਹਾਡੇ ਕੋਲ ਲਿਥੀਅਮ ਹੋ ਗਿਆ ਜਿਹਦੇ ਵਿੱਚ ਕੀ ਹੈ ਲਿਥੀਅਮ ਦੇ ਵਿੱਚ ਆਪਣੇ ਕੋਲ 3 ਐਂਡ 4 ਹੁੰਦਾ ਹੈ। लिथियम कितना हो गया ਉਹਦੇ ਚ ਨੰਬਰ ਆਫ ਪ੍ਰੋਟੋਨ ਹੋ ਗਏ 3 ਐਂਡ ਨੰਬਰ ਆਫ ਨਿਊਟਰੋਨ ਹੋ ਗਏ ਬੇਟਾ 4। ਜਿਹੜਾ ਈਵਨ ਹੋਏਗਾ ਉਹ ਕੰਟਰੀਬਿਊਟ ਨਹੀਂ ਕਰਦਾ ਹੁੰਦਾ ਜਿਹੜਾ ਔਡ ਹੋਏਗਾ ਉਹੀ ਕੰਟਰੀਬਿਊਟ ਕਰਦਾ। ਇਹ ਥੰਬ ਰੂਲ ਹੈ ਆਈਟੋ ਆਊਟ ਆਫ ਸਕੋਪ ਹੈ ਲੇਕਿਨ ਫਿਲਹਾਲ ਦੀ ਘੜੀ ਮੈਂ ਤੁਹਾਨੂੰ ਦੱਸ ਦਿੰਦਾ ਜਿਸ ਤਰ੍ਹਾਂ ਲਿਥੀਅਮ 3 7 ਹੈ ਮਤਲਬ ਨੰਬਰ ਆਫ ਪ੍ਰੋਟੋਨਸ 3 ਹੋ ਗਿਆ Z = 3 ਐਂਡ ਨੰਬਰ ਆਫ ਨਿਊਟਰੋਨਸ that is N = 4 ਹੋ ਗਿਆ। ਸੋ ਜਿਹੜੇ ਨੰਬਰ ਆਫ ਨਿਊਟਰੋਨ ਈਵਨ ਹੈ ਤਾਂ ਕੰਟਰੀਬਿਊਟ ਨਹੀਂ ਕਰਨਗੇ। ਵੈਲੈਂਸ ਨਿਊਕਲੀਅਨ ਕਿਹੜਾ ਹੋਏਗਾ ਬੇਟਾ it will be a proton। तो इस करके ਇਹਦੇ ਵਿੱਚ ਨੰਬਰ ਆਫ ਨਿਊਕਲੀਅਨਸ ਕਿਹੜੇ ਹੋਣਗੇ प्रोटोन ही कंट्रीब्यूट करने। तो ग्राउंड स्टेट कौन बनाएगा प्रोटॉन्स करके बनेगी। सो इस करके 3 है एंड इस करके की हो जाएगा 1s2 है इस करके दो न्यूक्लियन फिल हो जाएंगे एंड जी ग्राउंड स्टेट होएगी 3 7 लिथियम दी वो होगी बेटा मोस्टली 1p3/2। सो न्यूक्लियस जेड़ा है वो 1p3/2 ਦੇ ਵਿੱਚ ਰਿਜ਼ਾਈਡ ਕਰੇਗਾ ਜਿਹੜਾ ਵੈਲੈਂਸ ਨਿਊਕਲੀਅਨ ਹੈ ਐਂਡ ਉਹ ਇਹਦੀ ਗਰਾਊਂਡ ਸਟੇਟ ਬਣਾਏਗਾ। ਸੋ ਆਪਾਂ ਨੂੰ ਕਾਫੀ ਸਾਰੀ ਇਨਫੋਰਮੇਸ਼ਨ ਮਿਲ ਜਾਂਦੀ ਹੈ ਜਿਹੜੀ ਕਿ liquid draw model provide नहीं सी कर सकता। on this basis level schemes can be built and nuclear transitions can be made। तो lower excited state higher excited state अपन सारी information ਇਹਦੇ ਵਿੱਚ ਪਤਾ ਚੱਲ ਜਾਂਦੀ ਹੈ। shell model can also give the observed value of the nuclear spins provided that nucleons are placed in the shells according to the Pauling rule। so ਆਪਣੇ ਕੋਲ ਕਾਫੀ ਸਾਰੀ information available ਹੋ ਸਕਦੀ ਹੈ। whenever a even number of neutrons or protons in the quantum state of the same angular momentum at L and J their combined angular momentum will be 0। so अगर ਤੁਹਾਡੇ ਕੋਲ number of neutrons even ਜਾਂ odd protons even ਹੋ ਜਾਂਦੇ ਆ ਤਾਂ ਉਹਨਾਂ ਦਾ total angular momentum 0 ਹੋ ਜਾਂਦਾ because अगर ਤੁਹਾਡੇ ਕੋਲ total number of nucleons ਇੱਕ orbital ਦੇ ਵਿੱਚ ਦੋ ਹੈ ਤੇ ਇੱਕ ਦੀ spin up ਹੋਏਗੀ ਇੱਕ ਦੀ spin down ਹੋਏਗੀ ਇਸ ਕਰਕੇ total ਕੀ ਹੋ ਜਾਏਗਾ ਬੇਟਾ 0 ਹੋ ਜਾਏਗਾ। that is net angular momentum will be 0 ਜਿਹੜੀ ਚੀਜ਼ ਮੈਂ ਹੁਣੇ ਐਕਸਪਲੇਨ ਕਰਕੇ ਹਟੇ ਹਾਂ। so for an instance if the two neutrons are in such a quantum state then their angular momentum will have opposite directions and their net angular momentum will be 0। so ये चीज मैं एक्सप्लेन कर देती है बेटा। so अगर ਤੁਹਾਡੇ number of nucleons चाहे whether it is neutron number चाहे whether it is proton number अगर वो even होएगा चाहे 8 है 10 है या 12 है ਤਾਂ ਉਹਦਾ angular momentum net 0 ਹੀ ਹੋਏਗਾ। so this rule implies that for any nucleus with even z the spin is necessarily 0। तो spin उस केस ਦੇ ਵਿੱਚ 0 ਹੋ ਜਾਏਗੀ। even nucleus ਦੇ ਵਿੱਚ net spin angular momentum ਕੀ ਹੋ ਜਾਏਗਾ 0 ਹੋ ਜਾਏਗਾ। ਇਹਦੇ ਵਿੱਚ ਕਿੰਨੇ ਪ੍ਰੋਟੋਨ ਹੈ ਬੇਟਾ 8 ਪ੍ਰੋਟੋਨ ਹੈ। 8 ਪ੍ਰੋਟੋਨ ਕਿਸ ਤਰ੍ਹਾਂ ਫਿਲ ਹੋਣਗੇ ਪਹਿਲਾਂ 1s1/2 ਉਹਦੇ ਵਿੱਚ 2 ਆ ਗਏ ਉਸ ਤੋਂ ਉੱਪਰਲੀ ਆਰਬਿਟਲ 'ਚ 1p3/2 ਉਹਦੇ 4 ਆ ਗਏ ਉਸ ਤੋਂ ਉੱਪਰਲੀ ਕੀ ਹੋਏਗਾ ਬੇਟਾ 1p1/2 ਉਹਦੇ ਵਿੱਚ 2 ਆ ਗਏ ਉਸ ਤੋਂ ਬਾਅਦ 8 ਨਿਊਟਰੋਨ ਹੈ ਸਿਮਿਲਰਲੀ ਫਿਲ ਹੋ ਜਾਣਗੇ। ਸੋ ਸਿੰਸ ਸਾਰੇ ਦੇ ਸਾਰੇ ਇਵਨ ਹੈ ਪੇਅਰਡ ਅਪ ਹੈਗੇ ਆ ਬੇਟਾ ਇਹਦੀ ਸਪਿਨ ਅਪ ਹੋ ਗਿਆ ਸਪਿਨ ਡਾਊਨ ਵੀ ਹੋ ਗਿਆ ਇਸ ਕਰਕੇ ਟੋਟਲ ਐਂਗੂਲਰ ਮੋਮੈਂਟਮ 0 ਹੋ ਗਿਆ। ਸੋ ਦਿਸ ਰੂਲ ਆਲਸੋ ਇੰਪਲਾਈਜ਼ that for any nucleus with odd z and odd n the spin is entirely due to this last odd nucleon in the highest filled state। तो ये चीज मैं ਤੁਹਾਨੂੰ ਆਲਰੇਡੀ ਦੱਸੀ ਹੈ ਜਿਸ ਤਰ੍ਹਾਂ ਲਿਥੀਅਮ ਦਾ ਕੇਸ ਲੈ ਕੇ ਚੱਲੇ ਆ ਕਿ whether it is proton or neutron तो ਜਿਹੜਾ ਤੁਹਾਡੇ ਕੋਲ ਵੈਲੈਂਸ ਨਿਊਕਲੀਅਨ odd state ਦੇ ਵਿੱਚ ਹੋਏਗਾ ਚਾਹੇ ਪ੍ਰੋਟੋਨ odd ਨੰਬਰ ਹੋਵੇ ਚਾਹੇ ਨਿਊਟਰੋਨ odd ਨੰਬਰ ਹੋਵੇ ਉਹੀ ਤੁਹਾਡੀ ਗਰਾਊਂਡ ਸਟੇਟ ਨੂੰ ਬਣਾਏਗਾ वही ਤੁਹਾਡੀ ग्राउंड स्टेट डिसाइड करेगा। तो जस्ट लाइक ਇੱਥੇ 8 प्रोटॉन हो गए तो सारे न्यूक्लियन पेयर अप हो गए इस करके ਇਹਨਾਂ ਦਾ नेट एंगुलर मोमेंटम कंट्रीब्यूशन 0 हो गया। नंबर ऑफ न्यूट्रॉन कितने हो गए बेटा 15 - 8 7 न्यूट्रॉन हो गए एंड बाकी की बचा बेटा ਇੱਥੇ एक न्यूट्रॉन एक्स्ट्रा बच गया ਜਿਹੜਾ ਕਿ बैलेंस स्पेस ਦੇ ਵਿੱਚ ਬੈਠਾ ਹੋਇਆ ਜਿਹੜਾ ਕਿ पेयर अप नहीं होया। तो ग्राउंड स्टेट की हो जाएगी बेटा 1/2 ठीक है जी। सो J will be equal to 1/2 बना जाएगा। सो इस तरह ਤੁਹਾਡੀ ਸੀ ग्राउंड स्टेट ਨੂੰ डिसाइड कर सकते हो। तो the closed shell structure in shell model explains the extra stability and high binding energy। सो closed shell structure ਕੀ ਹੈ ਜਿੱਥੇ ਜਿੱਥੇ ਮੈਜਿਕ ਨੰਬਰ ਲਾਈ ਕਰਦੇ ਆ ਹੁਣ ਆਪਾਂ ਕੀ 2 ਹੋ ਗਿਆ 8 ਹੋ ਗਿਆ 28 ਹੋ ਗਿਆ 50 ਹੋ ਗਿਆ 126 ਹੋ ਗਿਆ ਇਹ ਸਾਰੇ ਦੀ ਸਾਰੀ ਕੀ ਹੈ ਸ਼ੈਲ ਦੀਆਂ ਬਾਉਂਡਰੀਜ਼ ਆ ਜਾਂਦੀਆਂ ਜਿੱਥੇ ਜਿੱਥੇ ਤੁਹਾਡੇ ਕੋਲ ਅਗਰ ਨਿਊਕਲੀਅਸ ਦੇ ਨੇੜੇ ਹੋਏਗਾ ਤਾਂ ਬਾਈਂਡਿੰਗ એનર્ਜੀ ਬਹੁਤ ਜ਼ਿਆਦਾ ਹੋ ਜਾਏਗੀ। ਠੀਕ ਹੈ ਜੀ।
Shell model explains more nuclear isomerism. So Shell model की है isomerism ਨੂੰ explain करता है, मतलब isomeric states ਨੂੰ explain करता है. Nuclei having odd A values varying between 39 to 49, 69 to 89, 81 and 111 to 125 having excited states with a half life ranging from 1 microsecond to many years such are isomers. तो isomeric state ਉਹ ਹੁੰਦੀ ਹੈ ਬੇਟਾ ਜਿਨ੍ਹਾਂ ਵਿੱਚ ਜਿਹੜਾ ਨਿਊਕਲੀਅਨ ਹੈ ਉਹ ਜਲਦੀ ਡਿਕੇ ਨਹੀਂ ਕਰਦਾ. ਹਾਈਲੀ ਐਕਸਾਈਟਡ ਸਟੇਟ ਦੇ ਵਿੱਚ ਅਗਰ ਨਿਊਕਲੀਅਨ ਪਹੁੰਚ ਗਿਆ ਤਾਂ ਕੁਝ ਟਾਈਮ ਦੇ ਬਾਅਦ ਹੀ ਡਿਕੇ ਕਰੇਗਾ, ਜਸਟ ਲਾਈਕ ਅ ਲੇਜ਼ਰ ਐਕਸ਼ਨ. ਜਿਸ ਤਰ੍ਹਾਂ ਲੇਜ਼ਰ ਦੇ ਵਿੱਚ ਪੋਪੂਲੇਸ਼ਨ ਇਨਵਰਜਨ ਤੋਂ ਬਾਅਦ ਕੁਝ ਨਾ ਕੁਝ ਟਾਈਮ ਲੱਗਦਾ ਹੈ, ਉਸ ਤੋਂ ਬਾਅਦ ਹੀ ਜਿਹੜੇ ਨਿਊਕਲੀਅਨਸ ਹੈ ਜਿਹੜੇ ਐਟਮਸ ਹੈ ਉਹ ਡਿਕੇ ਕਰਦੇ ਗਰਾਊਂਡ ਸਟੇਟ ਤੋਂ ਗਰਾਊਂਡ ਸਟੇਟ ਤੱਕ, ਤਾਂ ਉਸ ਤੋਂ ਬਾਅਦ ਹੀ ਲੇਜ਼ਰ ਐਕਸ਼ਨ ਹੁੰਦਾ ਹੈ. ਤਾਂ ਇਹ ਉਦੋਂ ਦਾ ਕਨਸੈਪਟ ਹੈ ਆਈਸੋਮੈਰਿਕ ਸਟੇਟ ਦਾ ਕਨਸੈਪਟ ਆ ਜਾਂਦਾ ਹੈ. ਸੋ ਇਹਨੂੰ ਪ੍ਰੋਪਰ ਡਿਟੇਲ ਦੇ ਵਿੱਚ ਐਕਸਪਲੇਨ ਕਰਨਾ ਹੋਵੇ ਤਾਂ ਟਾਈਮ ਲੱਗੇਗਾ, ਲੇਕਿਨ ਫਿਲਹਾਲ ਦੀ ਘੜੀ ਇੰਨਾ ਡਾਈਜੈਸਟ ਕਰ ਲਓ ਕਿ ਆਈਸੋਮੈਰਿਕ ਸਟੇਟਸ ਨਿਊਕਲੀਅਸ ਦੇ ਵਿੱਚ ਐਗਜ਼ਿਸਟ ਕਰਦੀ ਹੈ, ਜਿਨ੍ਹਾਂ ਨੂੰ ਕੋਈ ਸ਼ੈਲ ਮਾਡਲ ਹੀ ਐਕਸਪਲੇਨ ਕਰ ਪਾਉਂਦਾ ਹੈ. ਠੀਕ ਹੈ ਬੇਟਾ. ਸੋ ਇਸ ਤੋਂ ਬਾਅਦ ਆਪਾਂ ਚੱਲਦੇ ਹਾਂ ਇੱਕ ਹੋਰ ਚੀਜ਼ ਵੱਲ, ਜਿਹੜੇ ਕਿ ਬਾਕੀ ਪਾਰਟ ਰਹਿੰਦਾ ਇਹਦਾ, ਇਹਦੇ ਨਾਲ ਹੀ ਤੁਹਾਡਾ ਮੋਸਟਲੀ ਚੀਜ਼ਾਂ ਖਤਮ ਹੋ ਜਾਣਗੀਆਂ. ਸੋ ਨਿਊਕਲੀ ਜਿਹੜਾ ਸ਼ੈਲ ਮਾਡਲ ਹੈ ਕਿਹੜੀ ਕਿਹੜੀ ਚੀਜ਼ਾਂ ਐਕਸਪਲੇਨ ਨਹੀਂ ਕਰ ਪਾਉਂਦਾ. ਸੋ ਆਈ ਹੋਪ ਤੁਹਾਨੂੰ ਕਲੀਅਰ ਹੋਏਗਾ ਸਕਰੀਨ. ਸੋ ਫੇਲਿਅਰਸ ਆਫ ਦੀ ਸ਼ੈਲ ਮਾਡਲ ਕੀ ਹੋਏਗਾ. तो shell model जेड़ा है, shell model could not explain the correct values of the total angular momentum of certain heavy nuclei. मतलब कई जगह ते कुछ जगह ते इदां दी हैगी जिथे ये shell model properly explain नहीं कर पाता. उन्हां दी ground state जां होगी जां उन्हां दा angular momentum हो गया, किते ना किते ये फेल हो जाता है. सो केड़ी जगह होगी बेटा, जस्ट लाइक 50-10 117 ਇਹਦਾ ਮਾਸ ਨੰਬਰ ਹੈ ਬੇਟਾ, 50 ਇਹਦਾ ਐਟੋਮਿਕ ਨੰਬਰ ਹੈ, 50 ਪ੍ਰੋਟੋਨ ਹੋ ਗਏ ਐਂਡ 67 ਤੁਹਾਡੇ ਕੋਲ ਮਾਸ ਨੰਬਰ ਹੋ ਗਏ. ਸੋ ਇਹਨਾਂ ਪ੍ਰੋਟੋਨਸ ਜਦੋਂ ਫਿਲ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਇਹਦੇ ਵਿੱਚ ਕੀ ਹੈ, ਪੇਅਰ ਅਪ ਹੋ ਜਾਣੇ ਸਾਰੇ ਦੇ ਸਾਰੇ, ਬਿਕੋਜ਼ ਈਵਨ ਨੰਬਰ ਹੈ ਇਸ ਕਰਕੇ ਕੰਟਰੀਬਿਊਸ਼ਨ ਨਹੀਂ ਆਏਗੀ. ਸੋ 67 ਨਿਊਟਰੋਨ ਹੈ, H11 ਹਾਫ ਦੇ ਵਿੱਚ ਤੁਹਾਡੇ ਕੋਲ 3 ਨਿਊਕਲੀਅਨ ਹੋ ਗਏ, 2 ਪੇਅਰ ਅਪ ਹੋ ਗਏ ਬੇਟਾ. ਇੱਕ ਤੁਹਾਡੇ ਕੋਲ ਨਿਊਕਲੀਅਨ ਜਿਹੜਾ ਹੈ ਉਹ ਇਸ ਸਟੇਟ ਦੇ ਵਿੱਚ ਬੈਲੈਂਸ ਪਿਆ ਹੋਏਗਾ. ਤੇ ਅਬਜ਼ਰਵਡ ਸਪਿਨ, ਲੇਕਿਨ ਆਪਣੇ ਕੋਲ ਕੀ ਹੈ ਬੇਟਾ, ਅਬਜ਼ਰਵਡ ਸਪਿਨ ਜਿਹੜੀ ਹੈ J = 1 ਹੈ, ਬਟ ਐਕਚੁਅਲੀ J is not equal to 1 half. ਸੋ ਆਪਣੇ ਕੋਲ ਕੀ ਹੈ, ਸਪਿਨ ਆਣੀ ਚਾਹੀਦੀ ਸੀ 1 half, ਲੇਕਿਨ ਇਹ 1 half ਨਹੀਂ ਹੈ. ਸੋ the calculated value of J for heavy nuclei, following rules are observed. ਸੋ following rules ਜਿਹੜੀ ਹੈ odd proton nucleus ਦੇ ਕੇਸ ਵਿੱਚ ਇਹ ਚੀਜ਼ਾਂ ਆਉਂਦੀਆਂ, ਉਸ ਤੋਂ ਬਾਅਦ odd neutron ਦੇ ਕੇਸ ਵਿੱਚ ਇਹ ਵਾਲੀ ਸਪਿਲਿੰਗ ਸਕੀਮ ਆਂਦੀ ਹੈ. ठीक है जी. So it could not explain the ground state of odd nuclei in the range between 150 to 190 and A greater than 220. So ground state in a nucleus die explain nahi kar panda. It could not explain the 4 stable nuclei. Is stable nucleus nu explain nahi karta, deuteron nu explain nahi kar panda, lithium 6 nu explain nahi kar panda, boron 10 nu explain nahi kar panda, nitrogen 14 nu explain nahi kar panda. ठीक है जी. So shell model could not account for large quadrupole movement observed in many nuclei. According to shell model, electric quadrupole movement of an odd nuclide is due to the last proton in the nucleus, as Q should be approximately of the order of r square, but for heavy nuclei the value of Q is large as 10 r square. ਸੋ ਕਿਤੇ ਨਾ ਕਿਤੇ ਕੁਆਡਰੂਪਲ ਮੂਵਮੈਂਟ ਨੂੰ ਵੀ ਐਕਸਪਲੇਨ ਨਹੀਂ ਕਰ ਪਾਉਂਦਾ, ਪ੍ਰੋਪਰਲੀ ਡਿਟੇਲ ਨਹੀਂ ਦਿੱਤੀ ਹੋਈ, ਇਸ ਕਰਕੇ ਮੈਂ ਜ਼ਿਆਦਾ ਡਿਟੇਲ ਦੇ ਵਿੱਚ ਨਹੀਂ ਜਾਂਦਾ ਬੇਟਾ. ਸੋ ਕਿਤੇ ਨਾ ਕਿਤੇ ਇਹ ਲੈਗ ਜ਼ਰੂਰ ਕਰਦਾ ਹੈ, ਚਾਹੇ ਉਹ ਗਰਾਊਂਡ ਸਟੇਟ ਦਾ ਕੰਸੈਪਟ ਹੋਵੇ, ਚਾਹੇ ਕੁਆਡਰੂਪਲ ਮੂਵਮੈਂਟ ਦਾ ਕੰਸੈਪਟ ਹੋਵੇ, ਚਾਹੇ ਉਹ ਕਿਸੇ ਨਿਊਕਲੀਅਸ ਦੀ ਸਟੇਬਿਲਿਟੀ ਦਾ ਕੰਸੈਪਟ ਹੋਵੇ. ਇਟ ਕੁਡ ਨਾਟ ਐਕਸਪਲੇਨ ਦੀ ਐਕਸਾਈਟਡ ਸਟੇਟ ਆਫ ਇਵਨ ਨਿਊਕਲੀਆਈ. ਸੋ ਇਵਨ ਨਿਊਕਲੀਅਸ ਦੇ ਵਿੱਚ ਐਕਸਾਈਟਡ ਸਟੇਟ ਕਿਸ ਤਰ੍ਹਾਂ ਬਣ ਸਕਦੀ ਹੈ, ਜਦੋਂ ਸਟੇਬਲ ਹੈ ਤਾਂ ਉਸ ਕੇਸ ਦੇ ਵਿੱਚ ਇਹ ਵੀ ਫੇਲ ਹੋ ਜਾਂਦਾ ਹੈ. ਸੋ ਕਲੈਕਟਿਵ ਮਾਡਲ ਉਸ ਤੋਂ ਬਾਅਦ ਆਈ ਸੀ ਬੇਟਾ. ਦਿਸ ਮਾਡਲ ਇਜ਼ ਡਿਵੈਲਪਡ ਬਾਈ E. Bohr ਐਂਡ Mortensen. ਸੋ ਕਾਫੀ ਸਕਸੈਸਫੁਲ ਮਾਡਲ ਹੈ, because ਕਾਫੀ ਸਾਰੀਆਂ ਪ੍ਰੋਪਰਟੀਜ਼ ਨੂੰ ਐਕਸਪਲੇਨ ਕਰ ਪਾਉਂਦਾ ਹੈ, ਐਂਡ ਇਜ਼ ਅ ਹਾਈਬ੍ਰਿਡ ਆਫ ਦੀ ਲਿਕੁਇਡ ਡ੍ਰੌਪ ਮਾਡਲ ਐਂਡ ਸ਼ੈਲ ਮਾਡਲ. ਸ਼ੈਲ ਮਾਡਲ ਦੇ ਵਿੱਚ ਕੀ ਹੈ ਬੇਟਾ, ਸਿਰਫ ਤੇ ਸਿਰਫ ਲੈਵਲ ਸਟਰਕਚਰ ਦਿੱਤੀ ਹੋਈ ਹੈ. ਲਿਕੁਇਡ ਡ੍ਰੌਪ ਮਾਡਲ ਦੇ ਵਿੱਚ ਕੀ ਹੈ, ਨਿਊਕਲੀਅਰ ਮੋਸ਼ਨ ਦਿੱਤਾ ਹੋਇਆ ਹੈ, ਜਸਟ ਲਾਈਕ ਲਿਕੁਇਡ ਡ੍ਰੌਪ. ਤਾਂ ਉਸ ਕੇਸ ਦੇ ਵਿੱਚ ਆਪਾਂ ਗੱਲ ਕਰੀਏ ਦੋਨਾਂ ਨੂੰ ਕਲੱਬ ਕਰ ਦਈਏ ਵੀ ਨਿਊਕਲੀਅਸ ਦੇ ਵਿੱਚ ਤੁਹਾਡੇ ਕੋਲ ਲੈਵਲਸ ਵੀ ਹੈਗੇ ਹੈ ਐਂਡ ਨਿਊਕਲੀਅਸ ਮੂਵ ਵੀ ਕਰ ਰਹੇ ਹੈ, ਤਾਂ ਉਸ ਨੂੰ ਆਪਾਂ ਕਲੈਕਟਿਵ ਮਾਡਲ ਦੇ ਤੌਰ ਤੇ ਲੈ ਕੇ ਚੱਲਦੇ ਹਾਂ. This assumes the shell model potential to be non-spherical and movement of the nucleons is independent rather than being coupled as in case of liquid drop model. So ਇਸ ਕੇਸ ਵਿੱਚ ਆਪਾਂ ਜਿਹੜੇ ਹੈ ਜਿਹੜੇ shell model ਚ ਕਹਿੰਦੇ ਸੀਗੇ ਕਿ ਸਭ ਕੁਝ ਇੰਡੀਪੈਂਡੈਂਟ ਹੈ, liquid drop model ਦੇ ਵਿੱਚ ਕੀ ਮੰਨ ਕੇ ਚੱਲਦੇ ਸੀਗੇ coupled ਹੈ. तो ਇਹ ਥੋੜੀ ਜਿਹੀ ਮਿਕਸ ਜਿਹੀ ਸਕੀਮ ਹੋ ਜਾਏਗੀ. So in this model it is assumed that number of almost loose particles move in a slowly changing potential that occur because of the nuclear deformation. मतलब ਕੀ ਹੈ, ਨਿਊਕਲੀਅਰ ਡੈਫਰਮੇਸ਼ਨ ਅਗਰ ਨਿਊਕਲੀਅਸ ਦਾ ਸਾਈਜ਼ ਸਫੈਰਿਕਲ ਨਹੀਂ ਹੈ ਤਾਂ ਨਿਊਕਲੀਅਸ ਉਸ ਦੇ ਵਿੱਚ ਆਪਣੇ ਮੂਵ ਕਰ ਸਕਦੇ ਆ. ਨਿਊਕਲੀਅਰ ਡੈਫਰਮੇਸ਼ਨ ਕਿਤੇ ਨਾ ਕਿਤੇ ਤੁਹਾਨੂੰ ਅਰਾਈਜ਼ ਕਰਦੀ ਹੈ, ਤੁਹਾਡੀ ਡੈਫਰਮੇਸ਼ਨ ਦੇ ਕਰਕੇ ਤੁਹਾਡੇ ਐਕਸਾਈਟਡ ਸਟੇਟਸ ਐਗਜ਼ਿਸਟ ਕਰ ਸਕਦੀਆਂ.
So this deformation in the shape of nucleus leads to the mode of excitation leading to vibrational to rotational spectrum. So अगर ਤੁਹਾਡੇ ਕੋਲ न्यूक्लियर डेफॉर्मेशन एग्जिस्ट करती है मतलब न्यूक्लियस स्फेरिकल ना होके जस्ट लाइक जिस तरह अंडा ਹੁੰਦਾ ਹੈ ਐਗ ਹੁੰਦਾ ਹੈ ਉਹਦੇ ਉਸ ਸ਼ੇਪ ਦਾ ਐਗजिस्ट ਕਰਦਾ ਹੈ ਤਾਂ ਉਹ ਕਿਤੇ ਨਾ ਕਿਤੇ ਰੋਟੇਸ਼ਨਲ ਮੋਸ਼ਨ ਜਾਂ ਵਾਈਬ੍ਰੇਸ਼ਨਲ ਮੋਸ਼ਨ ਨੂੰ अकर कर सकता है। तो वाइब्रेशनल न्यूक्लियस भी देखे गए, रोटेशनल न्यूक्लियस भी देखे गए उस तो बाद मैग्नेटिक रोटेशन का कंसेप्ट आता है, एंटी मैग्नेटिक रोटेशन का कंसेप्ट आता है, कैरलिटी का कंसेप्ट भी न्यूक्लियस ਦੇ ਵਿੱਚ आ जाता है किते ना किते, ऑक्टोपोल क्वाड्रुपोल ये सारे कंसेप्ट देखे गए हैं न्यूक्लियस ਵਿੱਚ, पीयर शेप न्यूक्लियस भी देखे गए हैं बेटा। उस तो बाद की अदर मॉडल डेवलप्स आर यूनिफाइड मॉडल एंड ऑप्टिकल मॉडल। सो बहुत सारे बेटा मॉडल दिते हुए हैं ਜਿਹੜੇ ਕਿ ਆਪਾਂ बियॉन्ड दी स्कोप है, मैं सारे डिस्कस नहीं कर सकता, मैं बस नाम ले सकता जिस तरह टिल्टेड एक्सिस क्रैंकिंग मॉडल है, तो उस तो बाद क्रैंकिंग मॉडल आ जाता है, उस तो बाद ਤੁਹਾਡੇ ਕੋਲ प्रोजेक्टेड शैल मॉडल आता है, कई तरह के शैल मॉडल है बेटा। उस तो बाद ऑप्टिकल मॉडल भी है, यूनिफाइड मॉडल है। तो सारे दी कुछ ना कुछ प्रॉपर्टीज है, कुछ ना कुछ एक्सप्लेन करते हैं, लेकिन किते ना किते फेल जरूर होंगे है। सो उस तो बाद एक सब तो छोटा जिहा टॉपिक रह गया बेटा न्यूक्लियर स्टेबिलिटी का। तो न्यूक्लियर स्टेबिलिटी की है बेटा, न्यूक्लियर स्टेबिलिटी ਦੇ ਵਿੱਚ ਕੀ ਆਏਗਾ, तो सारे ਦੇ ਸਾਰੇ न्यूक्लियस ਜਿਹੜੇ ਹੈ ਉਹ ਇੱਕ ਲਾਈਨ ਨੂੰ ਫੋਲੋ ਨਹੀਂ ਕਰਦੇ ਹੈਗੇ, ਇੱਕ ਜਿਹੜੀ ਜਸਟ ਨਾਟ ਅ ਲਾਈਨ ਜਿਹੜੇ न्यूक्लियस ਹੈ, ਬਿਕੋਜ਼ ਆਪਾਂ ਨੂੰ ਪਤਾ ਹੈ ਬੇਟਾ न्यूक्लियस ਹਮੇਸ਼ਾ ਹੀ ਉਸ ਚੀਜ਼ ਨੂੰ ਪ੍ਰੈਫਰ ਕਰਦਾ ਜਿਹਦੇ ਵਿੱਚ ਸਟੇਬਿਲਿਟੀ ਹੋਏਗੀ। ਸੋ ਨੰਬਰ ਆਫ ਪ੍ਰੋਟੋਨਸ ਵਧਣ ਦੇ ਨਾਲ ਕੀ ਹੋਏਗਾ, ਨਿਊਕਲੀਅਰ ਕੂਲਮ ਰਿਪਲਸ਼ਨ ਰਾਈਜ਼ ਹੁੰਦੀ ਹੈ, ਜਿਹਦੇ ਕਰਕੇ ਆਪਾਂ ਨੂੰ ਪ੍ਰੋਬਲਮ ਆ ਸਕਦੀ ਹੈ, ਨਿਊਕਲੀਅਸ ਸਟੇਬਲ ਨਹੀਂ ਰਹਿੰਦਾ। ਇਸ ਕਰਕੇ ਜਦੋਂ ਨਿਊਕਲੀਅਸ ਦਾ ਨੰਬਰ ਵਧਣ ਲੱਗਦਾ ਹੈ, ਮਾਸ ਨੰਬਰ ਵਧਣ ਲੱਗਦਾ ਹੈ, ਤਾਂ ਨੰਬਰ ਆਫ ਪ੍ਰੋਟੋਨਸ ਘੱਟ ਮਾਤਰਾ ਦੇ ਵਿੱਚ ਵੱਧਦੇ ਹੈ ਐਸ ਕੰਪੇਅਰ ਟੂ ਨਿਊਟਰੋਨ ਨੰਬਰ, ਬਿਕੋਜ਼ ਨਿਊਟਰੋਨ ਦੇ ਵਿਚਕਾਰ ਕੂਲਮ ਰਿਪਲਸ਼ਨ ਨਹੀਂ ਹੁੰਦੀ। ਇਸ ਕਰਕੇ ਨੰਬਰ ਆਫ ਨਿਊਟਰੋਨਸ ਆਰ ਆਲਵੇਜ਼ ਗ੍ਰੇਟਰ ਦੈਨ ਪ੍ਰੋਟੋਨ ਨੰਬਰ ਅਬਵ ਅ ਪਾਰਟਿਕੂਲਰ ਮਾਸ। ਸੋ ਤੁਸੀਂ ਦੇਖ ਸਕਦੇ ਹੋ ਸਟਾਰਟਿੰਗ ਦੇ ਵਿੱਚ ਇਹ ਲਾਈਨ n = z ਦੇ ਅਪਰੋਕਸੀਮੇਟਲੀ ਨੇੜੇ ਚੱਲਦੀ ਹੈ। ਵੈਨ ਮੰਨ ਕੇ ਚੱਲ ਲਓ ਕਿ ਤੁਹਾਡੇ ਕੋਲ n = 50 ਹੈ ਜਾਂ z = 50 ਹੈ, ਤਾਂ ਆਲਮੋਸਟ ਸੇਮ ਜਿਹਾ ਬਿਹੇਵੀਅਰ ਹੁੰਦਾ ਹੈ। ਲੇਕਿਨ ਅਗਰ ਤੁਹਾਡੇ ਕੋਲ ਮਾਸ ਨੰਬਰ ਜ਼ਿਆਦਾ ਵੱਧ ਗਿਆ, ਜਿਸ ਤਰ੍ਹਾਂ ਯੂਰੇਨੀਅਮ ਹੋ ਗਿਆ, ਤਾਂ ਇਹ ਵਾਲੀ ਕਰਵ ਜਿਹੜੀ ਹੈ ਇਹ ਸਟੇਬਿਲਿਟੀ ਲਾਈਨ ਸ਼ਿਫਟ ਹੋ ਜਾਂਦੀ ਹੈ n = z ਨਾਲੋਂ, ਬਿਕੋਜ਼ ਤੁਹਾਡੇ ਕੋਲ ਕੂਲਮ ਰਿਪਲਸ਼ਨ ਦਾ ਜਿਹੜਾ ਕਨਸੈਪਟ ਹੈ ਉਹ ਤੁਹਾਨੂੰ ਡੋਮੀਨੇਟ ਕਰਨ ਲੱਗ ਜਾਂਦਾ ਹੈ। ਪ੍ਰੋਟੋਨ ਜਿਹੜੀ ਕੂਲਮ ਰਿਪਲਸ਼ਨ ਹੈ ਇਟ ਵਿਲ ਡੋਮੀਨੇਟ ਓਵਰ ਦੀ ਨਿਊਕਲੀਅਰ ਫੋਰਸਿਸ ਫॉर ਦੀ ਹੈਵੀ ਨਿਊਕਲੀਆਈ। ਸੋ ਇਸ ਕਰਕੇ ਇਹ ਪ੍ਰੋਬਲਮ ਆਪਾਂ ਰੀਜਨ ਆਫ ਸਟੇਬਿਲਿਟੀ ਜਿਹੜੀ ਹੈ ਉਹ ਇਸ ਤਰ੍ਹਾਂ ਦੀ ਬਣ ਜਾਂਦੀ ਹੈ। ਸੋ ਇਸ ਨੂੰ ਆਪਾਂ ਰੀਜਨ ਆਫ ਸਟੇਬਿਲਿਟੀ ਵੀ ਕਹਿ ਕੇ ਚੱਲਦੇ ਹਾਂ, ਜਿਹੜੀ ਕਿ ਸਟ੍ਰੇਟ ਲਾਈਨ ਨਹੀਂ ਹੈ, ਰਾਦਰ ਇਟ ਇਜ਼ ਮੋਰ ਬੈਂਟ ਟੁਵਾਰਡਸ ਦੀ ਨੰਬਰ ਆਫ ਨਿਊਟਰੋਨ ਸਾਈਡ। ਸੋ ਨਿਊਟਰਲ ਸਾਈਡ ਵੱਲ ਜ਼ਿਆਦਾ ਹੁੰਦੀ ਹੈ, ਜਿਹਦੇ ਵਿੱਚ ਨੰਬਰ ਆਫ ਨਿਊਟਰਨ ਜ਼ਿਆਦਾ ਹੋਣਗੇ ਹੈਵੀ ਨਿਊਕਲੀਅਸ ਦੇ ਵਿੱਚ, ਉਹਦੇ ਵਿੱਚ ਕੀ ਹੋਏਗਾ ਸਟੇਬਿਲਿਟੀ ਜ਼ਿਆਦਾ ਹੋਏਗੀ ਐਸ ਕੰਪੇਅਰ ਟੂ ਅ ਸਟ੍ਰੇਟ ਲਾਈਨ ਜਿਹਦੇ ਵਿੱਚ n = z ਹੋਏਗਾ ਫॉर ਦੀ ਕੇਸ ਆਫ ਹੈਵੀ ਨਿਊਕਲੀਅਸ। तो फिलहाल की घड़ी बेटा इन्ना ही ज्यादा है, इन्ना ही काफी है। इस दे नाल ही तुहाडा फर्स्ट यूनिट बेटा मैं कंप्लीट कर दिता है। सो आई होप तुहानू पसंद आया होएगा। सो अगर कोई प्रॉब्लम वगैरह हैगी है तो आप प्रॉपर्ली डिस्कस कर सकते हैं बेटा, अगर कोई नई प्रॉब्लम हैगी है फिर आप लेक्चर वगैरह क्लोज करांगे।